नमस्कार, आप देख रहे हैं सुपर न्यूज़ 24/7। आपको बता दें, मुल्लापुर में स्थित ईसाई धर्म के चल रहे एक प्रोग्राम में ईसाई भाईचारे और किसान समर्थन के दो गुटों के बीच में लड़ाई झगड़ा हुआ। ये लड़ाई झगड़ा इतना बढ़ गया कि दोनों पक्षों के दर्जन भर के करीब लोग बुरी तरह से जख्मी हो गए। ईसाई भाईचारे ने ये भी कहा कि प्रोग्राम के दौरान उन पर पत्थरबाजी भी की गई। हालांकि मामला रात का है, इसलिए सुबह मौके पर खरड़ एसडीएम और डीएसपी से लेकर अन्य तरह के आला अधिकारी भी घटनास्थल पर पहुंच चुके हैं और वो मामले की जांच कर रहे हैं। आइए आपको दिखाते हैं सुपर न्यूज़ 24/7 से रितेश कुमार की रिपोर्ट। ये अपना पहला तो नाम दसो। मैं पास्टर अकबर प्रॉफिट विजेंद्र सिंह मिनिस्ट्री तो ਤੇ ਕੱਲ ਰਾਤ ਦੀ ਗੱਲ ਹੈ। ਸਾਡੀ ਮੀਟਿੰਗ ਚੱਲ ਰਹੀ ਸੀ। ਹਰ ਸੰਡੇ ਸਾਡਾ ਸਮਾਗਮ ਹੁੰਦਾ, ਸਾਡਾ ਚਰਚ ਲੱਗਦਾ ਤੇ ਕੱਲ ਵੀ ਲੱਗ ਰਿਹਾ ਸੀ ਤੇ ਆਪਾਂ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਲੋਕਾਂ ਨੂੰ ਬੜੇ ਪ੍ਰੋਪਰਲੀ ਡਿਸਟੈਂਸ ਦੇ ਨਾਲ ਬਿਠਾਇਆ ਹੋਇਆ ਸੀ, ਪ੍ਰੋਪਰ ਮਾਸਕ ਵਗੈਰਾ ਸੀਗਾ। ਤੇ ਕੱਲ ਸਾਡੀ ਚਰਚ ਦੇ ਵਿੱਚ ਕੋਵਿਡ-19 ਦਾ ਕੈਂਪ ਵੀ ਲੱਗਿਆ ਹੋਇਆ ਸੀ, ਜਿਹਦੇ 'ਚ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਸੀ। ਖੁਦ ਸਾਡੇ SHO ਸਾਹਿਬ ਮੌਜੂਦਾ ਉੱਥੇ ਮੌਜੂਦ ਸੀਗੇ, ਉਹਨਾਂ ਦੀ ਦੇਖ ਰੇਖ 'ਚ ਸਾਰਾ ਕੰਮ ਹੋ ਰਿਹਾ ਸੀਗਾ। ਤੇ ਸਾਡੇ ਪ੍ਰੋਫਿਟ ਜੀ ਜਲੰਧਰ ਤੋਂ ਚਰਚ ਖਤਮ ਕਰਨ ਤੋਂ ਬਾਅਦ ਸਾਡੇ ਚੰਡੀਗੜ੍ਹ ਆਏ ਤੇ ਉਹ ਪ੍ਰਚਾਰ ਕਰ ਰਹੇ ਸੀਗੇ। ਪ੍ਰਚਾਰ ਦੇ ਵਿੱਚ ਸਾਡੇ ਪਿੱਛੋਂ ਤੋਂ ਸਟੇਜ ਦੇ ਪਿੱਛੋਂ ਤੋਂ ਪੱਥਰਵਾਰੀ ਹੋਈ ਤੇ ਆਪਾਂ ਜਾ ਕੇ ਵੇਖਿਆ ਤੇ ਉੱਥੇ ਸਾਡੇ ਨਾਲ ਦੇ ਜ਼ਮੀਂਦਾਰ ਬੰਦੇ ਜਿਹੜੇ ਉੱਥੇ ਕਣਕ ਵਗੈਰਾ ਵੱਢ ਰਹੇ ਸੀਗੇ ਤੇ ਉਹਨਾਂ ਨੇ ਸਾਡੇ ਨਾਲ ਗਾਲੀ ਗਲੋਚ ਕੀਤੀ। ਫਿਰ ਉਹ ਬੰਦਿਆਂ ਨੂੰ ਇਕੱਠੇ ਕਰਕੇ ਸਾਡੇ ਤੇ ਪਥਰਾਵ ਕੀਤਾ। ਫਿਰ ਸਾਡੀ ਸੰਗਤ ਦੇਖਣ ਗਈ, ਉਹਨਾਂ ਨੂੰ ਰੋਕਣ ਗਈ ਤੇ ਫਿਰ ਸਾਡੀ ਸੰਗਤ ਤੇ ਹਮਲਾ ਕੀਤਾ ਗਿਆ। ਫਿਰ ਉਹ ਮੁੱਠਭੇੜ ਹੋ ਗਈ। ਭਾਜੀ ਕਿਹੜੀ ਜਗ੍ਹਾ ਦੀ ਘਟਨਾ ਹੈ ਤੇ ਆਪਣਾ ਭੂਤਗੜ੍ਹ ਦੀ ਘਟਨਾ ਹੈ। ਆਪਣਾ ਮਾਜਰੀ ਦੇ ਕੋਲ ਪੈਂਦਾ ਭੂਤਗੜ੍ਹ ਤੇ ਉੱਥੇ ਸਾਡਾ ਚਰਚ ਹੈ ਤੇ ਉੱਥੇ ਇਹ ਘਟਨਾ ਹੋਈ। ਇਹ ਚਰਚ ਦੇ ਅੰਦਰ ਹੀ ਹੋਈ ਲੜਾਈ ਜਿਹੜੀ ਹੋਈ ਹੈ ਕਿ ਬਾਹਰ ਹੋਈ ਹੈ? ਹਾਂਜੀ, ਪਹਿਲਾਂ ਤਾਂ ਚਰਚ ਦੇ ਉੱਤੇ ਅੰਦਰੋਂ ਦੀ ਪਥਰਾਵ ਹੋਏ। ਫਿਰ ਜਦ ਸੰਗਤ ਨੇ ਜਾ ਕੇ ਵੇਖਿਆ ਤੇ ਉੱਥੇ ਕਾਫੀ ਮੁੰਡੇ ਸੀਗੇ ਤੇ ਕਾਫੀ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹਨਾਂ ਨੇ ਪਥਰਾਵ ਤੇ ਡੰਡੇ ਲਾਠੀ ਨਾਲ ਸਾਡੇ ਤੇ ਹਮਲਾ ਕਰਨਾ ਸ਼ੁਰੂ ਕਰਤਾ ਸੀਗਾ। ਆਪਣੇ ਕਿੰਨੇ ਕੁ ਬੰਦੇ ਜ਼ਖਮੀ ਹੋਏ ਇਸ ਸਾਡੇ 4 ਜਾਂ 5 ਬੰਦੇ ਬਹੁਤ ਜ਼ਖਮੀ ਹੋਏ। ਕਿਸੇ ਸਿਰ ਤੇ ਟਾਂਕੇ ਲੱਗੇ ਹੋਏ, ਕਿਸੇ ਦਾ ਹੱਥ ਟੁੱਟ ਗਿਆ, ਕਿਸੇ ਦੇ ਪੈਰ ਤੇ ਫ੍ਰੈਕਚਰ ਹੈ। ਤੁਸੀਂ ਵੇਖ ਸਕਦੇ, ਆਪਾਂ ਹਸਪੀਟਲ 'ਚ ਆਏ ਹੋਏ ਆ, ਰਾਤ ਦੇ ਆਪਾਂ ਇੱਥੇ ਹੀ ਹਾਂ ਤੇ ਸਾਡੇ ਬੰਦੇ ਇੱਥੇ ਐਡਮਿਟ ਹੈ ਤੇ ਆਪਾਂ ਸਰਕਾਰ ਤੋਂ ਆਹੀ ਮੰਗ ਕਰਦੇ ਕਿ ਸਾਨੂੰ ਨਿਆਂ ਦਿੱਤਾ ਜਾਵੇ ਤੇ ਆਪਾਂ ਆਹੀ ਮੰਗ ਕਰਦੇ ਕਿ ਸਾਡੀ ਸੁਣਵਾਈ ਕੀਤੀ ਜਾਵੇ ਔਰ ਸਾਡਾ ਨਿਆਂ ਕੀਤਾ ਜਾਵੇ। ਜਿਹੜੇ ਬੰਦੇ ਉੱਥੇ ਤੁਹਾਡੇ ਤੇ ਅਟੈਕ ਕੀਤਾ, ਤੁਸੀਂ ਕਿਆ ਬਾਏ ਨੇਮ ਉਹਨਾਂ ਤੇ ਕੋਈ ਪੁਲਿਸ ਕਾਰਵਾਈ ਕਰਵਾਈ ਹੈ, ਕੋਈ ਪਰਚਾ ਵਗੈਰਾ? ਆਪਾਂ ਕੰਪਲੇਂਟ ਕੀਤੀ, ਆਪਾਂ ਪਰਚਾ ਦਰਜ ਕਰਾਇਆ ਆ ਆਪਣਾ। ਹਾਂਜੀ, DSP ਸਾਹਿਬ SHO ਸਾਹਿਬ ਸਾਰੇ ਰਾਤ ਦੇ ਸਾਡੇ ਕੋਲ ਹੀ ਸੀ। ਆਪਾਂ ਉਹਨਾਂ ਨੂੰ ਕੰਪਲੇਂਟ ਲਿਖਵਾਈ, ਲਿਖੇ 'ਚ ਆਪਾਂ ਪਰਚਾ ਵੀ ਦਿੱਤਾ, ਕੰਪਲੇਂਟ ਵੀ ਦਿੱਤੀ ਹੈ। ਕਿੰਨੇ ਬੰਦਿਆਂ ਦੇ ਖਿਲਾਫ ਤੁਸੀਂ ਮਤਲਬ ਸ਼ਿਕਾਇਤ ਦਿੱਤੀ ਹੋਈ ਹੈ? ਆਪਾਂ ਮੇਨ ਤਾਂ 3 ਬੰਦਿਆਂ ਨੂੰ ਜਾਣਦੇ, ਬਾਕੀ ਅਣਜਾਣ ਬੰਦੇ ਸੀਗੇ। ਉਹਦਾ ਨਾਮ ਲਖਵੀਰ ਸਿੰਘ ਸੀ, ਉਹਦਾ ਲੱਖਾ ਜਿਹਨੂੰ ਕਹਿੰਦੇ ਆ, ਤੇ ਉਹਦਾ ਮੁੰਡਾ ਸੀਗਾ ਇੱਕ। ਉੱਥੇ ਨਾਲ ਹੀ ਕੋਈ ਕਾਲਾ ਡੀਲਰ ਸੀਗਾ ਜਿਹੜਾ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ, ਉਹ ਵੀ ਉਹਨਾਂ ਦੇ ਵਿੱਚ ਨਾਲ ਸੀ। ਬਾਕੀ ਅਣਜਾਣ ਬੰਦੇ ਸੀਗੇ ਜਿਹੜੇ ਆਏ ਸੀ। ਨਹੀਂ, ਪੁਰਾਣੀ ਰੰਜਿਸ਼ ਤਾਂ ਨਹੀਂ, ਬਸ ਜਿਹਦੇ ਨਾਲ ਲੜਾਈ ਝਗੜਾ ਸੀਗਾ ਜੀ ਉਹ ਆਪਣਾ ਸਾਈਡ ਦੀ ਜ਼ਮੀਨ ਵਾਲਾ ਤੇ ਹਾਂ ਜ਼ਮੀਨ ਦਾ ਕੀ ਉਹਦਾ ਮੈਨੂੰ ਇੰਨਾ ਨਹੀਂ ਪਤਾ। ਬਾਕੀ ਉਹਦਾ ਪੜਾਈ ਤਾਂ ਸੀ ਕਿ ਤੁਸੀਂ ਚਰਚ ਕਾਹਤੋਂ ਲਾਉਂਦੇ, ਕਹਿੰਦੇ ਤੁਸੀਂ ਰਾਤ ਤੱਕ ਚਲਾਉਂਦੇ ਆ, ਕੁਝ ਵੀ ਤੁਸੀਂ ਇੱਦਾਂ ਕਰਦੇ। ਬਾਕੀ ਹੋਰ ਕੋਈ ਇੱਦਾਂ ਨਹੀਂ, ਇੱਦਾਂ ਦਾ ਕੁਝ ਨਹੀਂ ਹੈਗਾ। ਭਾਈ ਦੱਸਿਆ ਜਾਂਦਾ ਜਿਹੜੇ ਉੱਥੇ ਰਾਤ ਬਾਉਂਸਰ ਸੀ, ਬਾਉਂਸਰਾਂ ਵੱਲੋਂ ਵੀ ਕਾਫੀ ਹਮਲਾ ਕੀਤਾ ਗਿਆ। ਉਹਨਾਂ ਦੇ ਕੋਈ ਤੁਹਾਡੇ ਕੋਈ ਬਾਉਂਸਰ ਵੀ ਰੱਖੇ ਹੋਏ? ਨਹੀਂ, ਐਕਚੁਅਲੀ ਕੀ ਸੀਗਾ ਜੀ, ਉਹ ਲੇਡੀਜ਼ ਤੇ ਜ਼ਿਆਦਾ ਅਟੈਕ ਕਰੇ ਸੀਗੀ। ਸਾਡੀ ਤੀਵੀਆਂ ਤੇ ਵੀ ਮਾਰਿਆ ਗਿਆ ਤੇ ਫਿਰ ਬਾਉਂਸਰ ਬਚਾਵ ਲਈ ਉੱਥੇ ਗਏ ਸੀ, ਬਾਉਂਸਰਾਂ ਨੇ ਬਚਾਵ ਕੀਤਾ। ਜਿਹੜੇ ਧਾਰਮਿਕ ਜਗ੍ਹਾ ਤੇ ਬਾਉਂਸਰਾਂ ਦਾ ਅਲਾਉਡ ਹੈਗਾ? ਬਿਲਕੁਲ, ਉਹ ਸਿਕਿਉਰਿਟੀ, ਕਿਉਂਕਿ ਆਪਾਂ ਨੂੰ ਪਬਲਿਕ ਕੰਟਰੋਲ ਕਰਨ ਲਈ ਉਹਨਾਂ ਨੂੰ ਸਿਕਿਉਰਿਟੀ ਤੌਰ ਤੇ ਰੱਖਣਾ ਪੈਂਦਾ, ਕਿਉਂਕਿ ਕਈ ਵਾਰ ਤੁਹਾਨੂੰ ਪਤਾ ਹੀ ਹੈ ਨਸ਼ੇ ਵਾਲੇ ਵੀ ਆਉਂਦੇ ਆ, ਕਈ ਵਾਰ ਆਪਣਾ ਲੜਾਈ ਝਗੜੇ ਵਾਲਾ ਕੋਈ ਗਰਮ ਦਿਮਾਗ ਦਾ ਵੀ ਆ ਜਾਂਦਾ। ਤਾਂ ਸਾਨੂੰ ਬਾਉਂਸਰ ਆ ਉਹ ਕਿੰਨੇ ਜ਼ਖਮੀ ਹੋਏ ਜੀ? ਬਾਉਂਸਰਾਂ 'ਚ ਵੀ 2-3 ਬੰਦੇ ਜ਼ਖਮੀ, ਉਹਨਾਂ ਦੇ ਵੀ ਸੱਟਾਂ ਲੱਗੀਆਂ ਹੋਈਆਂ। ਉਹਦੇ ਆਪਾਂ ਨੂੰ ਹਜੇ ਪਤਾ ਨਹੀਂ ਲੱਗਿਆ, ਹਜੇ ਸ਼ਾਮ ਤੱਕ ਸਾਨੂੰ ਪਤਾ ਲੱਗੂਗਾ ਕਿ ਕਿੰਨੀ ਸੱਟਾਂ ਉਹਨਾਂ ਦੇ ਲੱਗੀਆਂ, ਕਿਉਂਕਿ ਆਪਾਂ ਬੰਦਿਆਂ ਨੂੰ ਸਾਹਮਣੇ ਤੇ ਬਿਜ਼ੀ ਹੋ ਚੁੱਕੇ। ਜਿਨ੍ਹਾਂ ਨੇ ਵੀ ਸੱਟਾਂ ਵੱਜੀਆਂ ਸਾਰੇ ਸੇਵਾਦਾਰ ਬਣੇ ਆਪਣੇ ਜ਼ਿਆਦਾ ਜਿਹੜੇ ਆਪਣੇ ਐਡਮਿਟ ਆ ਇੱਥੇ ਸਾਰੇ ਸੇਵਾਦਾਰ ਆ, ਜਿਹੜੇ ਸਾਡੇ ਚਰਚ ਵਿੱਚ ਆ ਕੇ ਸੇਵਾ ਕਰਦੇ। ਬਾਕੀ ਬਾਉਂਸਰਾਂ ਦਾ ਮੈਨੂੰ ਹਜੇ ਇੰਨਾ ਖਾਸ ਪਤਾ ਨਹੀਂ ਹੈਗਾ।
ਤੇ ਤੁਸੀਂ ਸਰਕਾਰ ਜਾਂ ਪ੍ਰਸ਼ਾਸਨ ਤੋਂ ਕੀ ਅਪੀਲ ਕਰਨਾ ਚਾਹੁੰਦੇ ਹੋ? ਮੈਂ ਸਰਕਾਰ ਤੋਂ ਇਹੀ ਅਪੀਲ ਕਰਦਾ ਕਿ ਸਾਨੂੰ ਨਿਆਂ ਦਿੱਤਾ ਜਾਵੇ। ਦੇਖੋ ਆਪਾਂ ਧਰਮ ਦਾ ਕੰਮ ਕਰਦੇ, ਆਪਾਂ ਰੱਬ ਦਾ ਕੰਮ ਕਰਦੇ, ਤਾਂ ਦੇਖੋ ਇਹ ਬਾਰ-ਬਾਰ ਇੱਦਾਂ ਹੋਊਗਾ ਤਾਂ ਕਿੱਦਾਂ ਚੱਲੂਗਾ। ਕਿ ਆਪਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਨਿਆਂ ਦਿੱਤਾ ਜਾਵੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜਿਹੜਾ ਅਟੈਕ ਹੋਇਆ ਇਹਦਾ ਕੋਈ ਕਾਰਨ ਵੀ ਤਾਂ ਹੋਏਗਾ, ਕਿਉਂ ਉਹਨਾਂ ਨੇ ਕੀਤਾ ਤੁਹਾਡੇ ਤੇ ਅਟੈਕ? ਕਿਉਂਕਿ ਆਪਾਂ ਦੇਖਦੇ ਆਪਾਂ ਪੰਜਾਬ 'ਚ ਵੱਖ-ਵੱਖ ਜਗ੍ਹਾ ਤੇ ਦੇਖਦੇ ਕਿ ਚਰਚਾ ਤੇ ਬਹੁਤ ਅਟੈਕ ਹੋ ਰਿਹਾ। ਤੁਸੀਂ ਦੇਖਿਆ ਕਿ ਰੋਪੜ 'ਚ ਵੀ ਅਟੈਕ ਹੋਇਆ, ਪਹਿਲੇ ਵੀ ਚਰਚਾ ਤੇ ਬਹੁਤ ਅਟੈਕ ਹੁੰਦੇ ਆ ਤੇ ਇਹੀ ਕਾਰਨ ਹੈ। ਕਿਉਂਕਿ ਆਹ ਕਹਿੰਦੇ ਕਿ ਤੁਸੀਂ ਚਰਚ ਕਾਹਤੋਂ ਲਾਉਂਦੇ, ਕਿ ਸਾਨੂੰ ਆ ਕੇ ਰੋਕਦੇ ਆ, ਤੁਸੀਂ ਚਰਚ ਨਾ ਲਾਓ। ਕਹਿੰਦੇ ਕਿ ਆਪਣਾ ਪਿਛਲੀ ਵਾਰ ਵੀ ਕਿਸੇ ਨੇ ਆ ਕੇ ਸਾਨੂੰ ਧਮਕੀ ਦਿੱਤੀ ਗਈ, ਕਹਿੰਦੇ ਕਿ ਤੁਸੀਂ ਇੱਥੇ ਨਾ ਕੱਟ ਕਰਕੇ ਬੈਠੇ, ਆਪਾਂ ਤੁਹਾਡੀ ਫੋਟੋ ਅਖਬਾਰ 'ਚ ਦੇਵਾਂਗੇ, ਆਪਾਂ ਤੁਹਾਡੀ ਸਾਨੂੰ ਧਮਕੀਆਂ ਦੇ ਰਹੇ ਸੀ ਕਿ ਨਹੀਂ ਤਾਂ ਸਾਨੂੰ ਪੈਸੇ ਦਿਓ, ਨਹੀਂ ਤਾਂ ਆਪਾਂ ਤੁਹਾਡੀ ਕੰਪਲੇਂਟ ਕਰਾਂਗੇ। ਤੇ ਆਪਾਂ ਸਰਕਾਰ ਤੋਂ ਇਹੀ ਮੰਗ ਕਰਦੇ ਕਿ ਸਾਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਸਾਨੂੰ ਨਿਆਂ ਦਿੱਤਾ ਜਾਵੇ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ ਇਸ ਮਾਮਲੇ ਤੇ ਕਹਿਣਾ ਚਾਹੁੰਦੇ ਜਿਹੜਾ ਲਖਵਿੰਦਰ ਸਿੰਘ ਲੱਖਾ ਹੈ ਜੀ, ਪਹਿਲੇ ਵੀ ਉਹਨੇ ਇੱਕ ਦੋ ਵਾਰੀ ਬਦਤਮੀਜ਼ੀ ਕੀਤੀ ਜਿਹਦੇ ਅਸੀਂ ਉਹਨੂੰ ਰਿਪੋਰਟ ਤੇ ਵੀ ਦਿੱਤੀ ਹੋਈ ਹੈ। ਪਹਿਲੇ ਵੀ ਗੱਲ ਇਹ ਹੈ ਵੀ ਕੱਲ੍ਹ ਵੀ ਉਹਨੇ ਕੁਝ ਬੰਦਿਆਂ ਨੂੰ ਬੁਲਾਇਆ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀਗੀ ਬਹੁਤ ਜ਼ਿਆਦਾ, ਜਿਨ੍ਹਾਂ ਨੇ ਪੱਥਰ ਮਾਰੇ ਅੰਦਰ। ਜਦੋਂ ਬਾਹਰ ਗਏ ਤਾਂ ਜਿਹੜੇ ਬਾਉਂਸਰ ਨਹੀਂ ਹੈਗੇ, ਜਿਹੜੇ ਬਾਉਂਸਰ ਕਹਿ ਰਹੇ ਹੋ ਤੁਸੀਂ, ਬਾਉਂਸਰ ਵੀ ਸਾਡੇ ਸੇਵਾਦਾਰ ਮੁੰਡੇ ਆ ਸਾਰੇ, ਜਿਹੜੇ ਆਪਣੀ ਡਿਊਟੀ ਤੇ ਖੜ੍ਹਦੇ ਆ। ਜਿਹੜੇ ਮਾਮਲੇ ਨੂੰ ਲੈ ਕੇ ਕਿਆ ਤੁਸੀਂ ਕ੍ਰਿਸਚੀਅਨ ਸਮੁਦਾਇ ਕੋਲ ਵੀ ਮਤਲਬ ਆਪਸ ਵਿੱਚ ਇਕਜੁੱਟ ਹੋ ਰਹੇ ਹੋ ਜਾਂ ਕੋਈ ਮਤਲਬ ਉਹਨਾਂ ਨੂੰ ਵੀ ਕੋਈ ਕੰਪਲੇਂਟ ਵਗੈਰਾ ਦਿੱਤੀ ਹੈ ਕਿ ਜਿਹੜਾ ਉਹਨਾਂ ਦਾ ਪਤਾ ਨਹੀਂ ਜੀ, ਬਾਕੀ ਸਾਡੇ ਤਾਂ ਬੰਦੇ ਸਾਰੇ ਰਾਤ ਅਸੀਂ ਇੱਥੇ ਆ ਗਏ ਸੀਗੇ ਆਪਣੇ ਮਰੀਜ਼ਾਂ ਨੂੰ ਲੈ ਕੇ ਜੀ, ਰਾਤ ਦੇ ਅਸੀਂ ਇੱਥੇ ਆ। ਨਹੀਂ ਨੈਕਸਟ ਡੇ ਮਤਲਬ ਅੱਜ ਕੋਈ ਕਾਰਵਾਈ ਪਾਓਗੇ ਇਸ ਤਰ੍ਹਾਂ ਦੀ ਕੋਈ ਆਪਣੇ? ਉਹ ਹੁਣ ਦੇਖਦੇ ਹਾਂ ਜਾ ਕੇ ਜੀ, ਅਸੀਂ ਪਹੁੰਚਾਂਗੇ ਹੁਣ ਆਪਣੀ ਚਰਚ ਤੇ, ਮਤਲਬ ਜੋ ਅਸੀਂ ਪਹਿਲੇ ਆਪਣੇ ਮਰੀਜ਼ਾਂ ਨੂੰ ਦੇਖ ਰਹੇ ਹਾਂ। ਸਾਡੀ ਕਮੇਟੀ ਸਾਰੀ ਗੱਲਬਾਤ ਕਰੇਗੀ, ਫੈਸਲਾ ਲਊਗੀ ਕਿ ਕੀ ਡਿਸੀਜਨ ਲੈਣਾ। ਸਾਡੀ ਕਮੇਟੀ ਇਕੱਠੀ ਹੋ ਰਹੀ ਹੈ ਤੇ ਬਾਕੀ ਆਪਣੀ ਪੂਰੀ ਪੰਜਾਬ ਦੀ ਕ੍ਰਿਸਚੀਅਨ ਕਮੇਟੀ ਇਕੱਠਾ ਹੋ ਰਹੀ ਹੈ, ਫਿਰ ਅੱਗੇ ਫੈਸਲਾ ਲਊਗੀ ਕਿ ਕੀ ਕਰਨਾ ਅੱਗੇ। ਅੱਜ ਸਾਰਾ ਮੌਕੇ ਦਾ ਜਾਇਜ਼ਾ ਲਿੱਤਾ ਗਿਆ, ਪਾਦਰੀ ਸਾਹਿਬ ਨਾਲ ਵੀ ਗੱਲ ਹੋਈ ਹੈ, ਸਾਰੇ ਸਟੇਕ ਹੋਲਡਰਸ ਨਾਲ। ਐਸਪੀ ਮੈਡਮ ਵੀ ਇੱਥੇ ਆ ਕੇ ਗਏ ਸਵੇਰੇ, ਨਾਇਬ ਤਹਿਸੀਲਦਾਰ ਔਰ ਬਾਕੀ ਸਾਰੇ ਟੀਮ ਮੈਂਬਰਸ ਸਾਡੇ ਇੱਥੇ ਮੌਜੂਦ ਨੇ ਔਰ ਉਹਨਾਂ ਨੂੰ ਅਸੀਂ ਪ੍ਰੋਪਰ ਆਸ਼ਵਾਸਨ ਜਿਹੜਾ ਦਿਲਾਇਆ ਗਿਆ। ਉਹਨਾਂ ਨੇ ਜਿਹੜਾ ਕਿ ਦੱਸਿਆ ਸਾਨੂੰ ਕਿ ਇਸ ਤਰ੍ਹਾਂ ਹਮਲਾ ਹੋਇਆ, ਇਸ ਤਰ੍ਹਾਂ ਗੱਲਬਾਤ ਹੋਈ ਹੈ ਔਰ ਆਪਸ ਦੇ ਵਿੱਚ ਕਿਵੇਂ ਲੜਾਈ ਹੋਈ ਹੈ, ਕਿਆ ਹਾਦਸਾ ਵਾਪਰਿਆ ਇੱਥੇ। ਔਰ ਉਹਨਾਂ ਨੂੰ ਅਸੀਂ ਆਸ਼ਵਾਸਨ ਦਿਵਾਇਆ ਕਿ ਅਸੀਂ ਜਿਹੜਾ ਕਿ ਟੀਮ ਇੱਕ ਇੱਥੇ ਬਣਾਤੀ, ਇਨਵੈਸਟੀਗੇਸ਼ਨ ਟੀਮ ਅਸੀਂ ਬਣਾਤੀ ਗਈ ਹੈ, ਚੇਅਰਡ ਬਾਈ ਐਸਪੀ ਮੈਡਮ। ਔਰ ਅਸੀਂ ਜਿਹੜੇ ਹੈਗੇ ਕਾਰਵਾਈ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਦੱਸ ਦਾਂਗੇ ਕਿ ਕਿਹਦੀ ਗਲਤੀ ਹੈ ਔਰ ਕਿਸ ਦੇ ਖਿਲਾਫ ਪਰਚਾ ਜਿਹੜਾ ਹੈ ਕੀਤਾ ਰਜਿਸਟਰ ਕੀਤਾ ਜਾਵੇ। ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਤੁਸੀਂ ਕੀਤੀ ਉਸ ਤੋਂ ਕੀ ਲੱਗਦਾ? ਪ੍ਰਾਇਮਰੀ ਇਨਵੈਸਟੀਗੇਸ਼ਨ ਹਜੇ ਸ਼ੁਰੂ ਹੋਈ ਹੈ, ਸਾਡੀ ਟੀਮ ਜਿਹੜੀ ਹੈ ਹਜੇ ਜਾਰੀ ਹੈ ਦੂਜੀ ਪਾਰਟੀ ਦੇ ਕੋਲ ਕਿ ਔਰ ਸਾਰੇ ਸਬੂਤ ਵਗੈਰਾ ਸਾਰੇ ਇਕੱਠੇ ਕਰ ਰਹੇ, ਤੋਂ 1-2 ਘੰਟੇ ਦੇ ਵਿੱਚ ਪ੍ਰਾਇਮਰੀ ਇਨਵੈਸਟੀਗੇਸ਼ਨ ਦਾ ਰਿਜ਼ਲਟ ਜਿਹੜਾ ਸਾਹਮਣੇ ਆ ਜਾਏਗਾ। ਕੋਵਿਡ ਦਾ ਜਿਹੜਾ ਮਹਾਮਾਰੀ ਚੱਲ ਰਹੀ ਹੈ ਪੈਂਡੇਮਿਕ ਚੱਲ ਰਿਹਾ ਸੀ, ਉਸ ਅਕੋਰਡਿੰਗ ਇੰਨਾ ਘੱਟ ਕਰਨਾ ਤੁਸੀਂ ਚਾਹ ਰਹੇ ਹੋ? ਨਹੀਂ, ਕੱਲ੍ਹ ਅਸੀਂ ਇੱਥੇ ਵੈਕਸੀਨੇਸ਼ਨ ਸੈਂਟਰ ਜਿਹੜਾ ਹੈ ਬਣਾਇਆ ਗਿਆ ਸੀਗਾ, ਜਿਸ ਕਰਕੇ ਇੱਥੇ ਲੋਕਾਂ ਨੂੰ ਨਾਲ ਦੀ ਨਾਲ ਵੈਕਸੀਨ ਵੀ ਲਗਾਈ ਗਈ ਹੈ। ਤੋ ਇਹ ਵੈਕਸੀਨ ਕਰਕੇ ਅਸੀਂ ਇੰਨਾ ਇਕੱਠ ਜਿਹੜਾ ਹੈ ਉਹ ਅਲਾਉ ਕੀਤਾ ਸੀਗਾ, ਅਦਰਵਾਈਜ਼ ਨਹੀਂ। ਇਹ ਸ਼ਾਮ ਦੀ ਗੱਲ ਹੈ ਜਦੋਂ ਹਮਲਾ ਹੋਇਆ, ਵੈਕਸੀਨੇਸ਼ਨ ਵਾਲਾ ਕੰਮ ਦਿਨ ਦਾ ਸੀ ਤੇ ਰਾਤ ਦਾ ਸੀ ਜਾਂ? ਇਹ ਮੈਨੂੰ ਕਿਉਂਕਿ ਅਸੀਂ ਇੱਥੇ ਕੱਲ੍ਹ ਵੈਕਸੀਨੇਸ਼ਨ ਕੈਂਪ ਲਗਾਇਆ ਸੀਗਾ, ਇਸ ਕਰਕੇ ਹੀ ਇਤਨਾ ਇਕੱਠ ਅਲਾਉ ਕੀਤਾ ਸੀਗਾ। ਹੁਣ ਇਹ ਜਿਹੜੀ ਸ਼ਾਮ ਦੀ ਗੱਲ ਸਾਹਮਣੇ ਆ ਰਹੀ ਹੈ, ਇਹ ਇਨਕੁਆਇਰੀ ਦੀ ਗੱਲ ਹੈ, ਅਸੀਂ ਇਨਕੁਆਇਰੀ ਕਰਕੇ ਆਪ ਨੂੰ ਦੱਸ ਦਾਂਗੇ। ਸਰ ਕਿੰਨੇ ਕੁ ਲੋਕ ਇਨਵੋਲਵ ਨੇ ਦੋਵੇਂ ਪਾਰਟੀਆਂ ਦੇ? ਕਿਉਂਕਿ ਪਿੰਡ ਵਾਲੇ ਵੀ ਕਹਿ ਰਹੇ ਨੇ ਜਿਹੜੀ ਹਜੇ ਤੱਕ ਗੱਲ ਦੱਸੀ ਹੈ 3 ਲੋਕਾਂ ਦੇ ਸਾਹਮਣੇ ਆ ਰਹੀ ਹੈ, ਪਰ ਇਹ ਨਹੀਂ ਪਤਾ ਵੀ ਉਹਨਾਂ ਦੀ ਕਿੰਨੀ ਕੁ ਗਲਤੀ ਹੈ, ਕਿੰਨਾ ਇੱਕ ਉਹਨਾਂ ਦੇ ਖਿਲਾਫ FIR ਵਗੈਰਾ ਕਿਆ ਸੈਕਸ਼ਨ ਜਿਹੜੇ ਲਗਾਏ ਜਾਣਗੇ। ਇਹ ਤਾਂ ਮਾੜਾ ਮੋਟਾ ਝਗੜਾ, ਕੋਈ ਐਡੀ ਖਾਸ ਗੱਲ ਤਾਂ ਹੈ ਨਹੀਂ ਆ। ਮੇਰੇ ਜਿਹੜੇ SSP ਸਾਹਿਬ ਵੱਲੋਂ ਕੋਈ ਹੁਕਮ ਕੀਤਾ ਗਿਆ ਸੀ ਉਹਦੇ ਹਿਸਾਬ ਨਾਲ ਅਸੀਂ ਉਹ ਜਿਹੜੇ ਗਰੇਵਾਲ ਸਾਹਿਬ SP ਸਾਹਿਬ ਆਏ ਆ, DSP ਆਏ ਮੁੱਲਾਂਪੁਰ, ਤੇ ਮੈਂ ਵੀ ਇੱਥੇ ਆਇਆ ਫੋਰਸ ਲੈ ਕੇ, ਸਾਰਾ ਦੇਖ ਰਹੇ ਮੌਕਾ, ਕੋਈ ਐਡਾ ਇਸ਼ੂ ਤਾਂ ਹੈ ਨਹੀਂ। ਕਿਸੇ ਲੜਾਈ ਦਾ ਕਾਰਨ ਕੁਝ ਪਤਾ ਲੱਗਿਆ? ਲੜਾਈ ਹੋਈ ਕਿਸ? ਇਹ ਲੜਾਈ ਤਾਂ ਇੱਥੇ ਕੋਈ ਕਚਰਾ ਕੁਚਰਾ ਜਿਹਾ ਸੀਗਾ। ਆਹ ਹੁਣ ਥੋੜੇ ਦਿਨ ਪਹਿਲਾਂ ਦੱਸਦੇ ਕਹਿੰਦੇ ਵੀ ਇੱਥੇ ਕਚਰਾ ਕੁਚਰਾ ਉੱਡ ਕੇ ਚਲੇ ਗਿਆ, ਉਹ ਇਹਨਾਂ ਨੇ ਸੇਵਾਦਾਰਾਂ ਨੂੰ ਲਾ ਕੇ ਸਫਾਈ ਕਰਾਤੀ, ਕੋਈ ਐਡੀ ਗੱਲ ਤਾਂ ਹੈ ਨਹੀਂ। ਦੇਖ ਲਓ ਤੁਹਾਡੇ ਸਾਹਮਣੇ ਐਸਡੀਐਮ ਸਾਹਿਬ ਨੇ ਕਿਹਾ ਕਿ ਬਕਾਇਦੇ ਇਹਦੇ ਤੇ ਇੱਕ ਟੀਮ ਮਤਲਬ ਬਣਾਈ ਗਈ ਹੈ, ਉਹਦੀ ਇਨਵੈਸਟੀਗੇਸ਼ਨ ਕੀਤੀ। ਉਹ ਕੋਈ ਕੱਲ੍ਹ ਹੋਇਆ ਸੀ ਛੋਟਾ ਮੋਟਾ ਝਗੜਾ, ਉਹਦੇ ਬਾਰੇ ਅਸੀਂ ਦੋਵਾਂ ਪੱਖਾਂ ਦੀ ਗੱਲ ਸੁਣ ਕੇ ਦੇਖਾਂਗੇ ਕੀ ਕਾਰਵਾਈ ਬਣਦੀ ਹੈ। ਅਜੇ ਕਿਸੇ ਦੇ ਖਿਲਾਫ ਕੋਈ ਮਾਮਲਾ? ਨਾ ਹਜੇ ਕੋਈ ਨਹੀਂ, ਹਜੇ ਕੋਈ।